ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਬਿਰਤਾਂਤ ਅੱਗੇ ਵਧਾਉਣ ਜਾ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਜਦੋਂ ਮੱਕੇ ਮਦੀਨੇ ਆਏ, ਮੱਕੇ ਵਿੱਚ ਮੁਸਲਮਾਨਾਂ ਦਾ ਇੱਕ ਪ੍ਰਸਿੱਧ ਪੂਜਾ ਸਥਾਨ ਸੀ ਜਿਸ ਨੂੰ ਕਾਬਾ ਕਹਿੰਦੇ ਹਨ। ਗੁਰੂ ਜੀ ਉੱਥੇ ਜਦ ਰਾਤ ਸਮੇਂ ਕਾਬੇ ਵੱਲ ਪੈਰ ਕਰਕੇ ਬਿਰਾਜ ਗਏ ਤਾਂ ਇੱਕ ਜਿਉਣ ਨਾਮ ਦੇ ਮੁਜਾਵਰ ਨੇ ਗੁੱਸੇ ਨਾਲ ਆਖਿਆ ਕਿ ਤੂੰ ਕੌਣ ਕਾਫਰ ਹੈ ਜਿਹੜਾ ਖੁਦਾ ਦੇ ਘਰ ਕਾਬੇ ਵੱਲ ਪੈਰ ਪਸਾਰ ਕੇ ਸੁੱਤਾ ਹੋਇਆ ਹੈ। ਗੁਰੂ ਜੀ ਨੇ ਬੜੀ ਨਿਮਰਤਾ ਨਾਲ ਕਿਹਾ, ਮੈਂ ਸਫ਼ਰ ਦੇ ਥਕੇਵੇਂ ਕਰਕੇ ਲੰਮਾ ਪਿਆ ਹੋਇਆ ਹਾਂ, ਮੈਨੂੰ ਪਤਾ ਨਹੀਂ ਕਿ ਖੁਦਾ ਦਾ ਘਰ ਕਿੱਧਰ ਹੈ। ਤੂੰ ਸਾਡੇ ਪੈਰ ਫੜ ਕੇ ਉਧਰ ਕਰ ਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ। ਇਹ ਗੱਲ ਸੁਣ ਕੇ ਜਿਉਣ ਨੇ ਬੜੇ ਗੁੱਸੇ ਨਾਲ ਗੁਰੂ ਜੀ ਦੇ ਚਰਨ ਘੜੀਸ ਕੇ ਦੂਜੇ ਪਾਸੇ ਕਰ ਦਿੱਤੇ। ਜਦ ਚਰਨ ਛੱਡ ਕੇ ਵੇਖਿਆ ਤਾਂ ਉਸ ਨੂੰ ਕਾਬਾ ਉਸ ਪਾਸੇ ਹੀ ਨਜ਼ਰ ਆਇਆ। ਇਸ ਤਰ੍ਹਾਂ ਹੀ ਜਦ ਉਸਨੇ ਫਿਰ ਦੂਜੇ ਪਾਸੇ ਚਰਨ ਕੀਤੇ ਤਾਂ ਕਾਬਾ ਉਸ ਨੂੰ ਫਿਰ ਉਧਰ ਹੀ ਨਜ਼ਰ ਆਇਆ। ਜਿਉਣ ਨੇ ਜਦ ਵੇਖਿਆ ਕਿ ਕਾਬਾ ਉਹਨਾਂ ਦੇ ਚਰਨਾਂ ਨਾਲ ਹੀ ਫਿਰ ਜਾਂਦਾ ਹੈ ਤਾਂ ਉਸਨੇ ਮੱਕੇ ਦੇ ਮੁਜਾਵਰ ਨੂੰ ਸਾਰੀ ਗੱਲ ਦੱਸੀ। ਇਸ ਗੱਲ ਨਾਲ ਬਹੁਤ ਸਾਰੇ ਹਾਜੀ ਮੁਲਾਣੇ ਅਤੇ ਲੋਕ ਇਕੱਠੇ ਹੋ ਗਏ। ਕਾਜੀ ਰੁਕਨੁਦੀਨ ਪੀਰ, ਜਲਾਲਦੀਨ ਅਤੇ ਬਹਾਉਦੀਨ ਸਹਿਤ ਸਭ ਹਾਜੀਆਂ ਨਾਲ ਆਪ ਜੀ ਦੇ ਬਹੁਤ ਪ੍ਰਸ਼ਨ ਉੱਤਰ ਹੋਏ। ਜਦ ਸਾਰੇ ਨਿਰੁੱਤਰ ਹੋ ਗਏ ਤਾਂ ਪੀਰ ਬਹਾਉਦੀਨ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਕਿਹਾ, ਬੋਲਿਆ ਪਰ ਬਹਾਵਦੀਨ ਸੁਣ ਜਲਾਲ ਦੀ ਪੀਰ, ਨਾਨਕ ਪਾਸੋਂ ਪੁੱਛਣਾ ਬਹੁਤੀ ਹੈ ਤਕਸੀਰ। ਜਾਹਰ ਅਜਮਤ ਏਸ ਦੀ ਕਾਬਾ ਦਿੱਤਾ ਫਿਰਾਏ, ਮਜਬ ਸਭੇ ਮਨ ਸੁਖ ਕਰ ਆਦੇ ਹੈ ਜੋ ਜੇਰ। ਮੰਨਿਆ ਹੈ ਸੋ ਖੁਦਾਏ ਇੱਕ ਦੂਜਾ ਹੋਰ ਨਾ ਕੋਏ, ਦੂਜਾ ਮੁਰਸ਼ਦ ਪੀਰ ਸੱਚਾ ਰਾਹ ਦਿਖਾਏ ਜੋਏ। ਹਿੰਦੂ ਦੇਖਣਾ ਕੁੱਲ ਭੁੱਲਨ ਤੂੰ ਮੁਸਲਮਾਨ ਭੀ ਨਾਹੀ, ਦੋਏ ਰਦੇ ਮਜਬਾ ਕਤੇ ਨੀ ਦੋਜਖ ਮਾਂ। ਵੱਡਾ ਫਕੀਰੀ ਮਰਤਬਾ ਮਾਰਫਤ ਸੱਚਾ ਰਾਹ, ਮਾਰਫਤੋ ਜੋ ਬਾਹਰੋਂ ਸਭੈ ਹੈ ਗੁਮਰਾਹ। ਮਹਿਰਮ ਤੁਸੀਂ ਨਾ ਪੀਰ ਜੀ, ਨਾਨਕ ਵੱਡਾ ਫਕੀਰ, ਰੱਬ ਜਿਨ੍ਹਾਂ ਦੇ ਹੁਕਮ ਵਿੱਚ ਸੋ ਸਭਨਾ ਦੇ ਪੀਰ। ਪੀਰ ਬਹਾਉਦੀਨ ਪਾਸੋਂ ਇਹ ਨਿਸ਼ਚੇ ਵਾਲੀ ਗੱਲ ਸੁਣ ਕੇ ਸਾਰੇ ਪੀਰ ਤੇ ਫਕੀਰ ਗੁਰੂ ਜੀ ਦੇ ਚਰਨਾਂ ਤੇ ਪੈ ਗਏ ਅਤੇ ਆਪਣੀ ਵੱਧ ਘੱਟ ਬੋਲਚਾਲ ਦੀ ਮਾफ़ੀ ਮੰਗੀ। ਗੁਰੂ ਜੀ ਉਪਰੰਤ ਜਦ ਗੁਰੂ ਜੀ ਨੇ ਉੱਥੋਂ ਤੁਰਨ ਦੀ ਤਿਆਰੀ ਕੀਤੀ ਤਾਂ ਕਾਬੇ ਦੇ ਪੀਰਾਂ ਨੇ ਬੇਨਤੀ ਕਰਕੇ ਗੁਰੂ ਜੀ ਦੀ ਇੱਕ ਖੜਾਮ ਨਿਸ਼ਾਨੀ ਵਜੋਂ ਆਪਣੇ ਪਾਸ ਰੱਖ ਲਈ। ਮੱਕੇ ਦੀ ਯਾਤਰਾ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਕੂਜਾ ਬਾਂਗ ਮੁਸੱਲਾ ਧਾਰੀ। ਬੈਠ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਤਾਬੇ ਭਾਈ ਪਸਾਰੀ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਇਆ ਬਜਗਾਰੀ। ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰੇ ਜੁਹਾਰੀ। ਫਿਰ ਜਿਵੇਂ ਕਾਜੀ ਦੇ ਮੁੱਲਾਂ ਇਕੱਠੇ ਹੋ ਕੇ ਗੱਲਾਂ ਪੁੱਛਣ ਲੱਗੇ, ਭਾਈ ਸਾਹਿਬ ਜੀ ਉਸ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ। ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਏ, ਵੱਡਾ ਸਾਂਗ ਵਰਤਿਆ ਲਖ ਨਾ ਸਕੇ ਕੁਦਰਤ ਕੋਏ। ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਨੋਏ। ਗੁਰੂ ਜੀ ਦਾ ਉੱਤਰ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਵੇਂ ਰੋਈ, ਹਿੰਦੂ ਮੁਸਲਮਾਨ ਦੋਈ ਦਰਗਾਹ ਅੰਦਰ ਲੈਣ ਨਾ ਢੋਈ। ਕੱਚਾ ਰੰਗ ਕਸੰਭ ਦਾ ਪਾਣੀ ਧੋਤੇ ਥਿਰ ਨਰ ਹੋਈ, ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਕੁਥਾਈ ਖਲੋਈ। ਰਾਹ ਸ਼ਤੈਨੀ ਦੁਨੀਆ ਗੋਈ। ਕਾਜ਼ੀਆਂ ਅਤੇ ਮੁੱਲਾਂ ਨੇ ਗੁਰੂ ਜੀ ਦੇ ਇੱਕ ਪੈਰ ਦੀ ਖੜਾਂਵ ਲੈ ਕੇ ਨਿਸ਼ਾਨੀ ਵਜੋਂ ਆਪਣੇ ਪਾਸ ਰੱਖ ਲਈ ਅਤੇ ਭਾਈ ਸਾਹਿਬ ਲਿਖਦੇ ਹਨ, ਧਰੀ ਨਿਸ਼ਾਨੀ ਕੋਸ ਦੀ ਮੱਕੇ ਅੰਦਰ ਪੂਜ ਕਰਾਈ, ਜਿੱਥੇ ਜਾਈ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ। ਮੱਕੇ ਤੋਂ ਚੱਲ ਕੇ ਗੁਰੂ ਜੀ ਮਦੀਨੇ ਆਏ
ਇਸ ਸਥਾਨ ਤੇ ਹਜ਼ਰਤ ਮੁਹੰਮਦ ਸਾਹਿਬ ਦਫਨਾਏ ਗਏ ਸਨ। ਇਸ ਕਰਕੇ ਮੁਸਲਮਾਨਾਂ ਦਾ ਇਹ ਵੱਡਾ ਪੂਜਣਯੋਗ ਸਥਾਨ ਹੈ। ਇੱਥੇ ਆਣ ਕੇ ਗੁਰੂ ਜੀ ਨੇ ਪੈਗੰਬਰ ਦੀ ਕਬਰ ਤੇ ਪਾਸ ਬੈਠ ਕੇ ਇਹ ਸ਼ਬਦ ਗਾਇਆ, ਬਸੰਤ ਹਿੰਡੋਲ ਮਹੱਲਾ ਪਹਿਲਾ ਘਰ ਦੂਜਾ, 9 7 14 3 4 ਕਰ ਮਹਿਲਤ ਚਾਰ ਬਹਾਲੀ, ਚਾਰੇ ਦੀਵੇ ਚੌ ਹੱਥ ਦੀਏ ਏਕਾ ਏਕ ਵਾਰੀ, ਆਦ ਪੁਰਖ ਕਿਉਂ ਅੱਲ੍ਹ ਕਈਐ ਸ਼ੇਖਾਂ ਆਈ ਵਾਰੀ, ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ, ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪੀ ਬਨਵਾਰੀ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰਤ ਮਾਰੀ, ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ, 9 7 14 3 4 ਕਰ ਮਹਿਲਤ ਚਾਰ ਬਹਾਲੀ, ਚਾਰੇ ਦੀਵੇ ਚੌ ਹੱਥ ਦੀਏ ਏਕਾ ਏਕਾ ਵਾਰੀ, ਨਾਨਕ ਨਾਮ ਮਿਲੇ ਵਡਿਆਈ ਮੇਕਾ ਘੜੀ ਸਮਾਲੀ। ਇਹ ਸ਼ਬਦ ਦਾ ਗਾਇਨ ਸੁਣ ਕੇ ਬਹੁਤ ਸਾਰੇ ਮੁਸਲਮਾਨ ਸ਼ਰੀ ਲੋਕ ਗੁਰੂ ਜੀ ਦੇ ਇੱਟਾਂ ਵੱਟੇ ਮਾਰਨ ਲੱਗੇ, ਪਰ ਸਭਨਾਂ ਦੇ ਹੱਥਾਂ ਨਾਲ ਇੱਕ ਹੀ ਵੱਟੇ ਜੁੜ ਗਏ। ਜਦ ਇਸ ਕੌਤਕ ਦਾ ਪਤਾ ਉੱਥੋਂ ਦੇ ਹੁਕਮ ਨੂੰ ਲੱਗਾ, ਉਹ ਆਪਣੇ ਨਾਲ ਕਈ ਮੁਖੀ ਕਾਜ਼ੀਆਂ ਮੁਲਾਣਿਆਂ ਤੇ ਪੀਰਾਂ ਫਕੀਰਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਇਆ। ਗੁਰੂ ਜੀ ਆਪਣੇ ਸ਼ਬਦ ਗਾਉਣ ਵਿੱਚ ਮਸਤ ਹੋਏ ਸਨ। ਜਦ ਭੋਗ ਪਿਆ ਤਾਂ ਉਹਨਾਂ ਨੇ ਨਮਸਕਾਰ ਕਰਕੇ ਗੁਰੂ ਜੀ ਦੇ ਪਾਸ ਬੈਠ ਕੇ ਕਈ ਪ੍ਰਕਾਰ ਦੇ ਪ੍ਰਸ਼ਨ ਕੀਤੇ ਅਤੇ ਉਹਨਾਂ ਦੇ ਯਥਾਰਥ ਉੱਤਰ ਸੁਣ ਕੇ ਸਾਰਿਆਂ ਦੀ ਨਿਸ਼ਾ ਹੋ ਗਈ। ਫਿਰ ਗੁਰੂ ਜੀ ਤੋਂ ਮਾफ़ੀ ਮੰਗ ਕੇ ਪੁੱਛਣ ਲੱਗੇ ਕਿ ਆਪ ਅੱਲਾ ਨੂੰ ਪੂਜੇ ਹੋਏ ਉਸ ਦਾ ਰੂਪ ਹੀ ਹੋ, ਇਸ ਵਾਸਤੇ ਆਪ ਸਾਨੂੰ ਉਹ ਰਸਤਾ ਦੱਸੋ ਜਿਸ ਨਾਲ ਮੌਤ ਦਾ ਡਰ ਦੂਰ ਹੋ ਜਾਵੇ ਅਤੇ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਈਏ। ਤਦ ਗੁਰੂ ਜੀ ਨੇ ਕਿਹਾ, ਨਾਨਕ ਆਖੇ ਸੱਚ ਦੀ ਸੁਣੋ ਪੰਦ ਇਮਾਮ, ਛੱਡੋ ਖੁਦੀ ਤਕਬਰੀ ਸੁਣੋ ਸ਼ਰਾ ਗੁਲਾਮ, ਤੌਬਾ ਕਰੋ ਗੁਨਾਹ ਥੀ ਹਰ ਪਰਾਇਆ ਛੱਡ, ਲੋਕ ਦਿਖਾਵਾ ਨਾ ਕਰੋ ਮਨ ਅੱਲਾ ਵਿੱਚ ਗੱਡ, ਉਹੀ ਮੁਹੰਮਦ ਮਹਾਦੇਵ ਕਲਮਾ ਮੰਤਰ ਏਕ, ਕਰ ਅੱਲਾ ਦੀ ਬੰਦਗੀ ਏਕੋ ਇਹੀ ਹੋਏ, ਸਿਲ ਅਲੂਣੀ ਚਟਣੀ ਪੌਸੀ ਮੁਸ਼ਕਲ ਖੋਏ, ਇੱਕੋ ਦੀ ਕਰ ਬੰਦਗੀ ਦੂਜਾ ਫਾਨੀ ਧਾਰ, ਕੀਤੀ ਲੱਖ ਪੈਗੰਬਰਾਂ ਕੀਤੇ ਹੈ ਕਰਤਾਰ, ਹਾਜ਼ਰ ਨਾਜ਼ਰ ਰੱਬ ਇੱਕ ਹਿੰਦੂ ਮੁਸਲਮਾਨ, ਜੋ ਚੱਲੇ ਸੋ ਪਹੁੰਚ ਹੈ ਤਜ ਕੇ ਮਜਬ ਗੁਮਾਨ, ਸੱਚਾ ਫਿਰਕਾ ਸਾਜਿਆ ਨਾਨਕ ਸ਼ਾਹ ਫਕੀਰ, ਜੋ ਆਵੈ ਦ੍ਰਿੜ ਭਾਉ ਕਰ ਪਾਵੈ ਗੁਣੀ ਗਹੀਰ। ਗੁਰੂ ਜੀ ਦੇ ਇਹ ਵਿਚਾਰ ਸੁਣ ਕੇ ਇਮਾਮ ਬੜੇ ਪ੍ਰਸੰਨ ਹੋਏ ਅਤੇ ਗੁਰੂ ਜੀ ਨੂੰ ਅੱਲਾ ਦਾ ਸੱਚਾ ਪੈਗੰਬਰ ਮੰਨ ਕੇ ਨਮਸਕਾਰ ਕਰਨ ਲੱਗੇ। ਜਦ ਕਈ ਦਿਨ ਇੱਥੇ ਟਿਕ ਕੇ ਗੁਰੂ ਜੀ ਤੁਰਨ ਲੱਗੇ ਤਾਂ ਆਪ ਜੀ ਦੇ ਦੂਜੇ ਪੈਰ ਦੀ ਖੜਾਮ ਨਿਸ਼ਾਨੀ ਵਜੋਂ ਇੱਥੋਂ ਦੇ ਇਮਾਮ ਨੇ ਰੱਖ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਕਥਾ ਸੁਣਾਉਣ ਸਮੇਂ ਕੋਈ ਭੁੱਲਣਾ ਹੋਈ ਹੋਵੇ ਤਾਂ ਦਾਸ ਨੂੰ ਮਾफ़ ਕਰ ਦੇਣਾ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਲਾਈਕ ਜ਼ਰੂਰ ਕਰਿਓ ਅਤੇ ਚੈਨਲ 'ਤੇ ਜੇਕਰ ਤੁਸੀਂ ਨਵੇਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਵੀ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।